ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਤੇ ਚੀਨ ਦੇ ਵਿਚਕਾਰ ਜਿਹੜਾ ਟਕਰਾਅ ਹੈ ਉਹ ਬਰਾਬਰ ਜਾਰੀ ਹੈ ਔਰ ਇਸ ਬਾਰੇ ਦੋਵਾਂ ਦੇਸ਼ਾਂ ਦੇ ਅੰਬੈਸਡਰਾਂ ਨੇ ਇੱਕ ਸੈਮੀਨਾਰ ਵਿੱਚ ਆਪਣੇ ਆਪਣੇ ਦੇਸ਼ਾਂ ਦੀ ਪੋਜੀਸ਼ਨ ਜਿਹੜੀ ਹੈ ਪੇਸ਼ ਕੀਤੀ ਹੈ। ਪਰ ਹਕੀਕਤ ਵਿੱਚ ਭਾਰਤ ਚੀਨ ਦੇ ਮੁਕਾਬਲੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਸੋ ਕੋਵਿਡ ਤੋਂ ਬਾਅਦ ਚੀਨ ਦੀ ਇਕਨੋਮੀ 18% ग्रो हुई है, जदों कि भारत की आर्थिकता का चौथा हिस्सा खत्म हो गया है। सो भारत चीन टकराव में भारत बारे ये अखान बिल्कुल ठीक टुकता है कि क्या पिद्दी का शोरबा। सो इस बारे आप विचार चर्चा करन जा रहे हैं। सो असीं चाहांगे कि तुसां नाल इसी तरह ही बने रहना। देखण सुनिया लिखण लई तुहाडा सब दा बहुत बहुत शुक्रिया जी। राज साहब की कहना चाहोगे इस मुद्दे बारे? देखो हुण तुसीं कह ही दिता क्या पिद्दी का शोरबा। हुण एक पासे ਤਾਂ ਭਾਰਤ ਵਿਸ਼ਵ ਸ਼ੂਦਰ ਕੈਟਾਗਰੀ 'ਚ ਔਰ ਪੂਰਾ ਸਿਸਟਮ ਉਹਨਾਂ ਦਾ ਕਲੈਪਸ ਔਰ ਈਵਨ ਸੁਪਰੀਮ ਕੋਰਟ ਇੰਡੀਆ ਦੀ ਬਾਰ ਦੇ ਐਕਸ ਪ੍ਰੈਜ਼ੀਡੈਂਟ ਮਿਸਟਰ ਦਵੇ ਅੱਜ ਉਹਨਾਂ ਦਾ ਇੰਟਰਵਿਊ ਸੀ ਕਰਨ ਥਾਪਰ ਦੇ ਨਾਲ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਾਰੀਆਂ ਇੰਸਟੀਚਿਊਟਸ ਇੰਡੀਆ ਦੀਆਂ ਕਲੈਪਸ ਹੋ ਚੁੱਕੀਆਂ। ਉਹਦੇ 'ਚ ਉਹਨੇ ਜਿੱਥੇ ਐਡਮਿਨਿਸਟ੍ਰੇਸ਼ਨ ਹੈਲਥ ਔਰ ਮੀਡੀਆ ਦਾ ਜ਼ਿਕਰ ਕੀਤਾ ਉਹਨੇ ਸੁਪਰੀਮ ਕੋਰਟ ਦਾ ਵੀ ਉਹਨੇ ਕਿਹਾ ਜੀ ਬਿਲਕੁਲ ਕਲੈਪਸ ਕਿ ਵੀ ਕਨਸਟੀਟਿਊਸ਼ਨ 'ਚ ਸਾਡੇ ਇੱਕ ਖੂਬਸੂਰਤ ਪ੍ਰੋਵੀਜ਼ਨ ਸੂ ਮੋਟੋ ਨੋਟਿਸ ਦਾ ਹੈ ਕਿ ਸੂ ਮੋਟੋ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ ਕਿ ਕੋਈ ਜਾ ਕੇ ਪੈਟੀਸ਼ਨ ਕਰੇ ਜਾਂ ਕੁਛ ਕਰੇ, ਈਵਨ ਜੱਜ ਜੇ ਦੇਖਣ ਕਿ ਭਾਈ ਕੁਛ ਇਹ ਗਲਤ ਹੋ ਰਿਹਾ ਸੂ ਮੋਟੋ ਨੋਟਿਸ ਲੈ ਸਕਦੇ ਨੇ। ਤੇ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਉਹਨੇ ਕਿਹਾ ਜੀ ਉਹ ਵੀ ਸਾਡਾ ਬਿਲਕੁਲ ਖਤਮ ਹੋ ਚੁੱਕਾ ਹੈ। ਹੁਣ ਇੱਕ ਪਾਸੇ ਤਾਂ ਅੰਦਰੂਨੀ ਸਾਰੀਆਂ ਹੀ ਇੰਸਟੀਚਿਊਟ ਲੈਜਿਸਲੇਚਰ ਐਗਜ਼ੈਕਟਿਵ ਜੁਡੀਸ਼ਰੀ ਮੀਡੀਆ ਇਹੀ ਸੋ ਕਾਲਡ ਪਿਲਰ ਹੁੰਦੇ ਨੇ ਡੈਮੋਕ੍ਰੇਸੀ ਦੇ, ਉਹ ਸਾਰੇ ਕਲੈਪਸ ਹੋ ਚੁੱਕੇ ਨੇ। ਇਕੋਨਮੀ ਇੰਡੀਆ ਦੀ 1/4 ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵਾਈਪ ਆਊਟ ਹੋ ਚੁੱਕੀ ਹੈ ਆਲਰੇਡੀ। ਉਸ ਵਾਈਪ ਆਊਟ ਹੋਈ ਇਕੋਨਮੀ ਦੇ ਚੱਲਦੇ ਆ ਜਿਹੜਾ ਦੂਸਰਾ ਹੁਣ ਇਹ ਵੇਵ ਆਈ ਹੈ ਜਿਹਦੇ 'ਚ ਇੱਕ ਦਿਨ ਦੇ ਵਿੱਚ ਜਿਹੜਾ 3-3 ਲੱਖ ਦੇ ਨੇੜੇ ਤੇੜੇ ਜਿਹੜੇ ਨੇ ਰੋਜ਼ਾਨਾ ਨਵੇਂ ਕੇਸ ਆ ਰਹੇ ਨੇ ਔਰ ਹਜ਼ਾਰਾਂ ਮੌਤਾਂ ਰੋਜ਼ ਹੋ ਰਹੀਆਂ ਨੇ, ਕਾਊਂਟ ਵੀ ਨਹੀਂ ਹੋ ਰਹੇ ਬਹੁਤ ਸਾਰੀਆਂ ਥਾਵਾਂ 'ਤੇ। ਹੁਣ ਇਸ ਦੇ ਉਲਟ ਔਰ ਅਸੀਂ ਇਹ ਦੇਖਿਆ ਕਿ ਵੀ ਇਹ ਤਾਂ ਮੋਦੀ ਸਮਝਦਾ ਸੀ ਕਿ ਵਿਪਦਾ ਮੇਂ ਔਰ ਆਪਦਾ ਮੇਂ ਅਵਸਰ ਢੂੰਢੋ। ਚੀਨ ਨੇ ਕਿਵੇਂ ਉਹਨੂੰ ਐਨਗੇਜ ਕੀਤਾ ਭਾਰਤ ਨੂੰ, ਅਪ੍ਰੈਲ ਤੱਕ ਪਹੁੰਚਦੇ ਆ ਫਿਰ ਕੀ ਵਾਪਰਦਾ ਹੈ, ਫਿਰ ਗਲਵਾਨ ਦੇ ਵਿੱਚ ਕੀ ਹੁੰਦਾ, ਇਹਨਾਂ ਦੀ ਦਿਲਵਦੀ ਜੋ ਅਮਰੀਕਾ ਦੀ ਸ਼ਹਿ 'ਤੇ ਕਰ ਰਹੇ ਸੀ ਔਰ ਇਵੈਂਚੁਅਲੀ 5-6 ਥਾਵਾਂ 'ਤੇ ਚਾਈਨਾ ਨੇ ਕਿਵੇਂ ਇਹਨਾਂ ਦੇ ਆਪਣੇ ਕਹਿਣ ਮੁਤਾਬਕ 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਲਈ ਹੈ। ਹਾਲਾਂ ਪੈਂਗੋਂਗ ਸੋ ਲੇਕ ਇਹਨਾਂ ਦੇ ਏਰੀਏ 'ਚ ਬਫਰ ਜ਼ੋਨ ਬਣਾ ਕੇ ਚਾਈਨਾ ਬਹਿ ਗਿਆ। ਹੁਣ ਚੀਨ ਨੂੰ 11-12 ਰਾਊਂਡ ਗੱਲਬਾਤ ਦੇ ਹੋਏ ਚਾਈਨਾ ਨੂੰ ਲੱਗਦਾ ਸੀ ਕਿ ਵੀ ਇਹ ਅਸੀਂ ਹੁਣ ਇੰਨਾ ਕੁ ਕੁਆਡ ਕਰ ਲਿਆ, ਅਮਰੀਕਾ ਦਾ ਦਾਅਵਾ ਦਿਖਾ ਦਿੱਤਾ, ਦੂਜਾ ਚੀਨ ਜਿਹੜਾ ਉਹ ਪਿੱਛੇ ਹਟੇਗਾ, ਬਾਕੀਆਂ 'ਚ ਵੀ ਨੈਗੋਸ਼ੀਏਟ ਕਰਨਾ ਚਾਹੁੰਦੇ ਨੇ। ਲੇਕਿਨ ਉਹ ਡੈਪਸੋਂਗ ਹੋਏ, ਉਹ ਗੋਗਰਾ ਹੋਏ ਔਰ ਦੂਸਰੇ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਚੀਨ ਨੇ ਬਿਲਕੁਲ ਆਪਣੀ ਜਿਹੜੀ ਹੈ ਹੌਟ ਸਪਰਿੰਗਸ ਗੋਗਰਾ ਡੈਪਸੋਂਗ ਉਹਦੇ 'ਚ ਉਹ ਬਿਲਕੁਲ ਗੱਲਬਾਤ ਲਈ ਤਿਆਰ ਨਹੀਂ। ਔਰ ਉਹਨਾਂ ਨੇ ਚੀਨ ਨੂੰ ਜਦੋਂ ਕਿਹਾ ਉਹ ਕਹਿੰਦਾ ਜੀ ਇਕੱਲਾ ਕੋਈ ਬਾਰਡਰ ਏਰੀਆ ਦੇ ਨਾਲ ਹੀ ਥੋੜ੍ਹੀ ਗੱਲ, ਬਾਕੀ ਬਾਇਲੇਟਰਲ ਨਾਰਮਲ ਕਰੋ। ਕਿਉਂਕਿ ਇਸ ਸਾਰੇ ਪੀਰੀਅਡ 'ਚ ਚਾਈਨਾ ਨੂੰ ਇੰਨਾ ਕੁ ਪ੍ਰਵੋਕ ਕਰ ਦਿੱਤਾ ਇੰਡੀਆ ਨੇ ਕਿ ਜੇ ਚਾਈਨਾ ਇਹ ਚਾਹੁੰਦਾ ਵੀ ਕਿ ਵੀ ਚਲੋ ਇਹਨਾਂ ਦੇ ਨੂੰ ਔਕਾਤ ਇਹਨਾਂ ਦੀ ਦਿਖਾ ਦਿੱਤੀ ਹੈ, ਬੰਦੇ ਦਾ ਪੁੱਤ ਬਣਾ ਲਿਆ, ਉਹ ਕਰ ਦਿਓ, ਪਰ ਹੁਣ ਚਾਈਨਾ ਇਹ ਕਹਿਣਾ ਚਾਹੁੰਦਾ ਵੀ ਸੱਦੋ ਆਪਣੇ ਮਾਮੇ ਨੂੰ ਅਮਰੀਕਾ ਨੂੰ, ਕਰੋ ਪਾਰਟ। ਔਰ ਇਹ ਪੋਜੀਸ਼ਨਸ ਕਿੱਥੇ ਖੜੀਆਂ ਨੇ, ਔਕਾਤ ਇੰਡੀਆ ਦੀ ਕੀ ਹੈ, ਉਹਦੇ ਤੋਂ ਕਰਨ ਤੋਂ ਪਹਿਲਾਂ ਇੱਕ ਜਿਹੜੀ ਇਹਨਾਂ ਦੀ ਇੰਸਟੀਚਿਊਟ ਹੈ ਚਾਈਨੀਜ਼ ਸਕਾਲਰਸ ਔਰ ਥਿੰਕ ਟੈਂਕਸ ਦੀ, ਯੂਨੀਵਰਸਿਟੀਜ਼ ਦੇ ਪ੍ਰੋਫੈਸਰਸ ਦੀ, ਇਹ ਚੀਨ ਦਾ ਸ਼ਹਿਰ ਹੈ ਸਾਊਦਰਨ ਸਿਟੀ ਗੋਂਗਜ਼ੂ, ਉੱਥੇ ਜਿਹੜੀ ਹੈ ਇੱਕ ਉਹਨਾਂ ਨੇ ਕਾਨਫਰੰਸ ਕੀਤੀ ਜਿਹਦੇ 'ਚ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਚਾਈਨਾ 'ਚ ਮਿਸਟਰ ਵਿਕਰਮ ਮਿਸਰੀ ਔਰ ਚਾਈਨੀਜ਼ ਜਿਹੜੇ ਨੇ ਐਂਬੈਸਡਰ ਇਹਨਾਂ ਦੇ ਬੀਜਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਚਾਈਨਾਜ਼ ਐਂਬੈਸਡਰ ਟੂ ਇੰਡੀਆ ਉਹ ਵੀ ਉਹਦੇ 'ਚ ਸ਼ਾਮਲ ਹੋਇਆ ਔਰ ਇੰਡੀਆਜ਼ ਐਂਬੈਸਡਰ ਟੂ ਚਾਈਨਾ ਵਿਕਰਮ ਮਿਸਰੀ। ਔਰ ਉਹ ਸਾਰੇ ਦੇ ਵਿੱਚ ਜਿਹੜੀ ਡਿਸਕਸ਼ਨ 'ਚ ਦੋਨਾਂ ਨੇ ਹੀ ਆਪਣੀਆਂ ਪੋਜੀਸ਼ਨ ਜੋ ਡਿਗਨ ਕੀਤੀਆਂ ਔਰ ਇੰਡੀਆ ਦਾ ਐਨਵੋਏ ਜਿਹੜਾ ਇੰਡੀਅਨ ਮੀਡੀਆ ਨੇ ਵੀ ਹੈਡਲਾਈਨ ਬਣਾਈ ਕਿ ਜੀ ਬਾਰਡਰ ਸਿਚੁਏਸ਼ਨ ਕੈਨ ਨਾਟ ਬੀ ਸਵੈਪਡ ਅੰਡਰ ਕਾਰਪੈਟ ਸੇਜ਼ ਇੰਡੀਅਨ ਐਨਵੋਏ ਟੂ ਚਾਈਨਾ। ਸੋ ਇਹਨੇ ਵਿਕਰਮ ਮਿਸਰੀ ਨੇ ਉਹਦੇ 'ਚ ਕਿਹਾ ਕਿ ਵੀ ਇਹ ਜਿਹੜਾ ਠੀਕ ਨਹੀਂ ਹੈ, ਦਿਸ ਟੂ ਇਜ਼ ਇਨਐਡਵਾਈਜ਼ੇਬਲ ਐਜ਼ ਇਟ ਕੈਨ ਓਨਲੀ ਟੇਕ ਅਸ ਫਰਦਰ ਅਵੇ ਫਰੋਮ sustained solution to present difficulties
and deeper into an unfulfilling stalemate। ਇਹ ਮਿਸਟਰ ਮਿਸਰੀ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਨੂੰ ਜਿਹੜਾ ਹੈ ਉਹ ਡਾਇਲੋਗ ਕਰਨਾ ਚਾਹੀਦਾ ਹੈ, ਔਰ ਇਹ ਜਿਹੜੀ ਹੈ ਇੱਕ ਟੈਂਡੈਂਸੀ ਹੈ ਕੁਛ ਹਲਕਿਆਂ ਚਾਈਨਾ ਨੂੰ ਕਹਿ ਰਿਹਾ to sweep this situation under the carpet and characterize it as just a minor issue and a matter of perspective। ਇਹ not acceptable ਕਿ ਜੀ ਗੱਲ ਕਰੋ ਸਾਡੇ ਨਾਲ, ਸਾਡਾ ਜਿਹੜਾ ਖੋਇਆ ਇਲਾਕਾ ਸਾਨੂੰ ਦਿਓ, ਪਰ ਇਹਨੂੰ ਤੁਸੀਂ ਮਾਈਨਰ ਇਸ਼ੂ ਦੱਸ ਰਹੇ ਹੋ। ਪਰ ਇਸ ਦੇ ਉਲਟ ਜਿਹੜਾ ਚਾਈਨਾ ਦਾ ਰਿਸਪੌਂਸ ਕੀ ਹੈ, ਔਰ ਆਲਰੇਡੀ ਜਿਹੜੇ ਚਾਈਨੀਜ਼ ਬਹੁਤ ਵਾਰ ਜਿਹੜੀ ਐਕਟੀਵਿਟੀ ਕਰਦੇ ਨੇ ਉਹ ਆਪਣੇ ਉਹਨਾਂ ਦਾ ਜਿਹੜੇ ਆਫੀਸ਼ੀਅਲ ਕਮਿਊਨਿਸਟ ਪਾਰਟੀ ਦੇ ਪੇਪਰ ਨੇ ਚਾਈਨਾ 'ਚ ਬੇਸਡ, ਉਹਦੇ 'ਚੋਂ PLA ਡੇਲੀ ਔਰ ਦੂਸਰੇ 'ਚੋਂ ਲਵਾ ਦਿੰਦੇ ਨੇ, ਔਰ ਉਹਦੇ 'ਚ ਉਹਨਾਂ ਨੇ ਇਹ ਡੈਡਲੌਕ ਦੀ ਗੱਲ ਕਰਦੇ ਆ ਇਹ ਕਿਹਾ ਕਿ ਗੋਗਰਾ ਔਰ ਹੌਟ ਸਪਰਿੰਗਸ 'ਚੋਂ ਜਿਹੜਾ ਹੈ ਉਹ ਗੱਲ ਅੱਗੇ ਤੁਰੀ ਨਹੀਂ ਹੈ। ਔਰ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇੱਕ ਲੌਂਗ ਰੇਂਜ ਰਾਕਟ ਲਾਂਚਰ ਜਿਹੜੀ ਪੂਰੀ ਸਕੀਮ ਹਿਮਾਲਿਆ ਚਲਾਈ ਹੈ, ਇਹ ਉਹਨਾਂ ਨੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਇਹ ਖਬਰ ਲਾਈ ਹੈ। It is the first time that PLA has confirmed the deployment of long-range rocket systems to the border with India। The South China Morning Post quoted a front-page report of the official PLA daily as saying, adding that an artillery brigade stationed 5,200 meters above sea level in Xinjiang military district has intensified its drills using a rocket system during full wing combat ready training। ਇਹ ਨਾਲ ਦੀ ਨਾਲ ਇੰਡੀਆ ਨੂੰ ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਤੁਸੀਂ ਤਾਂ ਪਿੱਛੇ ਹਟਣ ਨੂੰ ਕਹਿ ਰਹੇ ਹੋ, ਅਸੀਂ 5,200 ਮੀਟਰ ਅਬਵ ਸੀ ਲੈਵਲ ਦੇ ਉੱਤੇ ਸਿੰਗਕਿਆਂਗ ਮਿਲਟਰੀ ਡਿਸਟ੍ਰਿਕਟ ਦੇ ਵਿੱਚ ਪੂਰੀ ਆਰਟਿਲਰੀ ਬ੍ਰਿਗੇਡ ਜਿਹੜੀ ਆ ਉਹ ਤਾਇਨਾਤ ਕੀਤੀ ਹੈ, ਔਰ ਉਹਨਾਂ ਨੂੰ ਜਿਹੜੀ ਹੈ ਅਸੀਂ ਜਿਹੜਾ ਐਡਵਾਂਸਡ ਲੌਂਗ ਰੇਂਜ ਰਾਕਟ ਲਾਂਚਰ ਨੇ। ਸੋ ਇਹ ਚਾਈਨਾ ਨੇ ਇਸ ਸਾਰੇ ਦਾ ਇਹ ਜਵਾਬ ਦਿੱਤਾ ਹੈ, ਔਰ ਇਹ ਤਾਂ ਤਰਲੇ ਕਰ ਰਿਹਾ ਮਿਸਟਰ ਮਿਸਰੀ। ਹਾਊਐਵਰ ਸੈਡ ਬੋਥ ਕੰਟਰੀਜ਼ ਵਰਕਡ ਆਊਟ ਐਲੈਬੋਰੇਟ ਮੈਕੈਨਿਜ਼ਮ ਐਂਡ ਕਿ ਜੀ ਅਸੀਂ 1988 ਤੋਂ 2019 ਤੱਕ ਸਾਡਾ ਇੱਕ ਮੈਕੈਨਿਜ਼ਮ ਸੀ, ਬਹੁਤ ਚੰਗਾ ਕੰਮ ਕਰ ਰਿਹਾ ਸੀ, ਇਸ ਦੇ ਉੱਤੇ ਜਿਹੜਾ ਤੁਸੀਂ ਵਾਪਸ ਮੁੜੋ, ਔਰ ਇਹ ਜਿਹੜਾ ਸਾਨੂੰ ਇਹ ਦੇਖਣਾ ਹੋਏਗਾ ਇਨ ਏ ਪੋਸਟ ਪੈਂਡੈਮਿਕ ਵਰਲਡ ਆਫ ਆਲਟਰਡ ਇਕੁਏਸ਼ਨਸ multiplurality is probably more important than ever both in the Indo-Pacific and beyond। ਹੁਣ ਮਲਟੀਪੋਲੈਰਿਟੀ ਕਿ ਅਸੀਂ ਵੀ ਇੱਕ ਪੋਲ ਮੰਨੋ ਸਾਨੂੰ, ਹਾਲਾਂਕਿ ਦੁਨੀਆ ਨੂੰ ਪਤਾ ਹੈ ਕਿ ਅਗੇਨ ਦੁਨੀਆ ਬਾਈਪੋਲਰ ਬਣ ਗਈ ਹੈ, ਅਮਰੀਕਾ ਐਂਡ ਚਾਈਨਾ, ਉਹ ਮਿਲੀਟੈਰਲੀ ਵੀ ਔਰ ਇਕਨੋਮਿਕਲੀ ਵੀ, ਔਰ ਇਹੀ ਉਹਨੂੰ ਜਿਹੜਾ ਅਮਰੀਕਾ ਨੂੰ ਖੁਸ਼ ਕਰਨ ਲਈ ਭਾਰਤ ਨੇ ਮੋਢਾ ਦਿੱਤਾ ਹੋਇਆ। ਹੁਣ ਇੱਕ ਪਾਸੇ ਤਾਂ ਇਹ ਹੈ ਕਿ ਵੀ ਈਵਨ ਆਪਣੇ ਪ੍ਰੋਵਿੰਸ ਦੇ ਥਿੰਕ ਟੈਂਕਾਂ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀ ਮੀਟਿੰਗ ਵੀ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ 'ਚ, ਉਹਨੇ ਇੰਡੀਆ ਨੂੰ ਉਹਦੀ ਔਕਾਤ ਦੱਸ ਦਿੱਤੀ ਹੈ ਕਿ ਭਾਈ ਇਹ ਤੁਸੀਂ ਹੁਣ ਭੁੱਲ ਜਾਓ ਜੋ ਤੁਹਾਡੀਆਂ ਕਰਤੂਤਾਂ ਨੇ। ਪਰ ਨਾਲ ਦੀ ਨਾਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ, ਇਹ ਖਬਰ ਜਿਹੜੀ ਹੈ BBC ਦੀ ਹੈ, ਹੈਡਲਾਈਨ ਦੇ ਵਿੱਚ ਉਹਨਾਂ ਨੇ ਲਾਈ ਹੋਈ, ਚਾਈਨਾਜ਼ ਇਕੋਨਮੀ ਗਰੋਜ਼ 18.3% ਇਨ ਪੋਸਟ ਕੋਵਿਡ ਕਮਬੈਕ। ਹੁਣ ਜਿਹੜਾ ਭਾਰਤ ਆਪਣੇ ਆਪ ਨੂੰ ਮੁਕਾਬਲ ਸਮਝਦਾ ਸੀ ਚੀਨ ਦੇ, ਉਹਨਾਂ ਦੀ 25% ਇਕੋਨਮੀ ਵਾਈਪ ਆਊਟ ਹੋ ਗਈ। ਅੱਗੋਂ ਜੋ ਸੈਕੰਡ ਵੇਵ ਚੱਲ ਰਹੀ ਹੈ ਉਹਦੇ ਥੱਲੇ ਬਾਕੀ ਵੀ ਰਹਿੰਦੀ ਹੋ ਜਾਏਗੀ। ਲੇਕਿਨ ਇਸ ਦੇ ਉਲਟ ਇਹ ਪ੍ਰੋਗਰੈਸ ਤਾਂ ਜਦੋਂ ਈਵਨ ਹੇਡੇ ਵੀ ਸੀ ਅਮਰੀਕਾ ਦੇ ਵੀ, ਜਦੋਂ ਅਮਰੀਕਾ ਦੀ ਬੂਮ ਇਕੋਨਮੀ ਕਹਿੰਦੇ ਨੇ 8-9% ਤੱਕ ਹੁੰਦਾ ਸੀ, ਜੇ 18.3% ਕੋਵਿਡ ਤੋਂ ਬਾਅਦ ਦੇ ਚਾਈਨਾ 'ਚ ਹੈ। ਔਰ ਇਹ ਖਬਰ ਹੈ ਕਿ ਚਾਈਨਾਜ਼ ਇਕੋਨਮੀ ਗ੍ਰਿਊ ਏ ਰੈਕਰਡ 18.3% in the first quarter of 2021 compared to the same quarter last year। ਕੁਆਟਰ 3 ਮਹੀਨੇ ਦਾ ਹੁੰਦਾ ਹੈ, ਜ਼ਾਹਰ ਹੈ ਕਿ ਜਨਵਰੀ ਤੋਂ ਮਾਰਚ ਤੱਕ 2020 ਦੇ ਕੰਪੈਰੀਜ਼ਨ 'ਚ 18.3% ਇਕੋਨਮੀ ਵਧੀ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਈਵਨ ਚੀਨ ਵਾਲਿਆਂ ਨੂੰ ਵੀ ਇਸ ਦੀ ਐਕਸਪੈਕਟੇਸ਼ਨ ਨਹੀਂ ਸੀ ਕਿ ਇਹ ਗਰੋਥ ਇਸ ਲੈਵਲ ਦੀ ਹੋਏਗੀ। ਔਰ ਇਹ ਜਿਹੜੀ ਹੈ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਇਹ ਦਾ ਨੈਸ਼ਨਲ ਇਕੋਨਮੀ ਮੇਡ ਏ ਗੁੱਡ ਸਟਾਰਟ। ਚਾਈਨਾਜ਼ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵਿਚ ਰਿਲੀਜ਼ ਦਾ ਫਸਟ ਕੁਆਰਟਰ ਡੇਟਾ। ਪਰ ਉਹਨਾਂ ਨੇ ਕਿਹਾ ਕਿ ਵੀ ਅਜੇ ਵੀ ਕਿਉਂਕਿ COVID-19 ਸਟਿਲ ਸਪਰੈਡਿੰਗ ਗਲੋਬਲੀ ਔਰ ਇੰਟਰਨੈਸ਼ਨਲ ਲੈਂਡਸਕੇਪ ਇਜ਼ ਕੰਪਲੀਕੇਟਡ ਵਿਦ ਹਾਈ ਅਨਸਰਟਨਟੀਜ਼ ਐਂਡ ਇਨਸਟੇਬਿਲਿਟੀ। ਇਹ ਹੈ ਚਾਈਨਾ ਦੀ ਬਿਊਟੀ। ਭਾਵੇਂ ਉਹਨਾਂ ਨੇ ਸਾਰੀਆਂ ਸੀਲਿੰਗ ਤੋੜ ਦਿੱਤੀ 18.3% ਗਰੋਥ ਨਾਲ, ਪਰ ਉਹ ਰੀਅਲਿਸਟਿਕਲੀ ਦੇਖ ਰਹੇ ਨੇ ਕਿ ਅਜੇ ਗਲੋਬਲੀ
ਇਹ ਪੈਂਡੈਮਿਕ ਓਵਰ ਨਹੀਂ ਹੋਇਆ, ਰੀਸਪਰੈਡ ਵੀ ਹੋ ਸਕਦਾ ਹੈ। ਅੱਛਾ। ਔਰ ਕਿਵੇਂ ਜਿਹੜੀਆਂ ਨੇ ਹੁਣ ਇੰਡਸਟਰੀਅਲ ਆਊਟਪੁੱਟ ਫॉर ਮਾਰਚ ਰੋਜ਼ 14.1% ਓਵਰ ਅ ਈਅਰ ਅਗੋ ਵਾਈਲ ਰੀਟੇਲ ਸੇਲਸ ਗ੍ਰਿਊ 34.2%। ਇਹ ਚਾਈਨਾ ਦੀ ਇਕਨੋਮੀ ਹੈ ਕਿ ਭਾਈ ਇੰਡਸਟਰੀਅਲ ਇਨਪੁਟ ਵੀ ਵਧੀ 14% ਔਰ ਉਹਨਾਂ ਦੀ ਜਿਹੜੀ ਰਿਟੇਲ ਸੇਲ ਹੈ ਉਹ 34.2% ਵਧੀ ਹੈ। ਅੱਛਾ। ਔਰ ਇਹ ਜਿਹੜੀ ਹੈ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਪਾਸੇ ਕਲਾਈਮੇਟ ਚੇਂਜ ਦੀ ਪ੍ਰੋਬਲਮ ਚੱਲ ਰਹੀ ਹੈ, ਪਰ ਨਾਲ ਦੇ ਨਾਲ ਜਿਹੜਾ ਚਾਈਨਾ ਜਿਸ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ, ਇਹ ਸਾਰੇ ਜਿਹੜੇ ਨੇ ਇਹ ਚਾਈਨਾ ਨੂੰ ਐਜ਼ ਏ ਵਰਲਡ ਲੀਡਰ ਐਸਟੈਬਲਿਸ਼ ਕਰ ਰਹੇ ਨੇ। ਔਰ ਇਹੀ ਨਹੀਂ ਕਿ ਵੀ ਚਾਈਨਾ ਇਹ ਦੱਸ ਰਿਹਾ ਕਿ ਭਾਈ ਉਹਦੀ ਗਰੋਥ ਕੀ ਹੈ, ਔਰ ਇਹਨਾਂ ਦਾ ਹਾਲ ਭਾਰਤ ਦਾ ਇਹ ਤਾਂ ਹੁਣ ਰਾ ਮਟੀਰੀਅਲ ਲਈ ਤਰਲੇ ਲੈ ਰਹੇ ਨੇ ਵੈਕਸੀਨ ਦੇ। ਔਰ ਚਾਈਨਾ ਪਲਾਨਸ, ਇਹ ਵੀ ਅੱਜ ਦੀ ਖਬਰ ਰਾਇਟਰਸ ਦੀ ਨਿਊਜ਼ ਏਜੰਸੀ ਦੀ, ਚਾਈਨਾ ਪਲਾਨਸ $3 billion ਸੁਪਰ ਕੰਪਿਊਟਿੰਗ ਸੈਂਟਰ ਟੂ ਐਨਾਲਾਈਜ਼ ਡਾਟਾ ਫਰੋਮ ਸਪੇਸ। ਚਾਈਨਾ ਨੇ $3 billion ਇੱਕ ਪਾਸੇ ਰੱਖ ਦਿੱਤੇ ਨੇ ਕਿ ਵੀ ਅਗਲੀ 80 ਦਹਾਈ ਦੇ ਵਿੱਚ ਚਾਈਨਾ ਐਨਵਿਜ਼ਨਸ ਮੈਸਿਵ ਕੌਂਸਟੈਲੇਸ਼ਨਸ ਆਫ ਕਮਰਸ਼ੀਅਲ ਸੈਟੇਲਾਈਟਸ that can offer services ranging from high-speed internet for aircraft to tracking coal shipments। और इधे च उन्होंने China's southern spaceport of Wenchong will build a $3 billion supercomputing center by year end to analyze data obtained from space, according to state media on Tuesday। उन्होंने इस चीन के प्रोविंस सुपर कंप्यूटिंग सेंटर बनाना है, $3 billion उन्होंने रखा है। और उन्होंने कहा है कि भाई ये जी है प्लैंड इन्वेस्टमेंट 3.1 billion द सुपर कंप्यूटिंग सेंटर विल प्रोवाइड बिग डाटा सर्विसेज फॉर इंडस्ट्रीज इंक्लूडिंग द एरोस्पेस एंड मैरीन सैक्टर्स स्टार्टिंग इन 2020, स्टेट बैक्ड हैनान डेली सैट। ये उन्होंने अखबार ने खबर दी है कि भाई अगली डैकेड तक पहुँचते हैं चाइना एनविजन्स मैसिव कॉन्स्टलेशंस ऑफ कमर्शियल सैटेलाइट्स जड़ियाँ सर्विसेज दे सकदियाँ ने। और चाइना विल हैव टू बिल्ड बिगर रॉकेट्स दैट कैन कैरी मोर सैटेलाइट्स और बिल्ड मोर लॉन्च साइट्स। और बोथ चाइना करंटली हैज़ 4 लॉन्च साइट्स, 3 इनलैंड एंड 1 इन वेंचोंग हैनान प्रोविंस। सो इस तो तुसी अंदाज़ा लाओ कि भी जिथे दुनिया इस वेले ग्रैपल कर रही है कि भी उन्होंने सर्वाइव किवें करना है। ईवन अमेरिका जिहदी बहुत वड्डी इकॉनमी है, अजे कोई चाइना नेड़े तेड़े नहीं है, उहदे 3 गुणा ज़्यादा इन्हां नालों, लेकिन इहदे बावजूद जो चल रहा है वो देख रहे हैं कि किवें उस दे विच जान पाई जाए। और चाइना दी ग्रोथ भी और किन्ने फंड्स उन्होंने जे $3 billion सिर्फ ਜਿਹੜਾ ਸਪੇਸ 'ਚੋਂ ਡਾਟਾ ਆਉਣਾ ਉਹ ਸੁਪਰ ਕੰਪਿਊਟਰ ਤਾਂ ਕਿ ਫਿਊਚਰ 'ਚ ਇੰਟਰਨੈਟ ਔਰ ਮੋਨੀਟਰਿੰਗ ਔਰ ਫਲਾਣਾ ਢਿਮਕਾ ਹੈ। ਤੇ ਜੇ ਤੁਸੀਂ ਇਹ ਕਿਹਾ ਵੀ ਕਿਆ ਪਿੱਦੀ ਕਾ ਸ਼ੋਰਬਾ, ਤੇ ਇਹ ਗੱਲ ਗਲਤ ਨਹੀਂ ਹੈ ਕਿ ਵੀ ਇਹਦੇ ਸਾਹਮਣੇ ਤਾਂ ਹੁਣ ਇੱਕ ਪਾਸੇ ਜਾਇੰਟ ਹੈ ਤੇ ਦੂਜੇ ਪਾਸੇ ਸਪੈਰੋ ਹੈ, ਪਿੱਦੀ ਹੈ। ਇਹੀ ਅਸੀਂ ਕਹਿ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।